सतनाम। धन वाहिगुरु साहिब जी। ज्ञान रतन सब सोची होए, गुर प्रसाद अज्ञान विनाशे। अन दिन जागै वेखै सच सोए। गुर सिख मीत चलो गुर चाली, जो गुर कहे सोई भल मानो। हर हर कथा निराली। परम सत्कारयोग सतगुरां दी साजी निवाजी गुरु रूप गुरु प्यारी साध संगत जीओ। पागा वाली हो निता प्रति आप जी गुरबाणी गुरमति विचार सरवण करते आ रहे हो। अज आपां गुरबाणी की रोशनी अंदर गुरमत की रहनी ते विचार करांगे। आओ मन बिरतियां नूं इकागर करदियां होया गुरु साहिब जी वालों बख्शिश की हुई प्यार भरी असीस गुरु फतेह नाल सांझ पाओ। सारे आखो जी वाहिगुरु जी का खालसा वाहिगुरु जी की फतेह। गुरमत की रहनी इसी विचार आरंभ करने तो पहला एक छोटी जी घटना नूं समझण दा यतन करिए। उस तो बाद आपां गुरमत की रहनी ते विचार करांगे। ईसाई अते इस्लाम धर्म के धार्मिक ग्रंथां अंदर एक बहुत प्यारी घटना का जिक्र आया है। उन्हां दा इह मनना है कि रब जी ने सब तो पहला मनुख आदम नूं बनाया है। रब जी ने आदम दे रहन वास्ते स्वर्ग दे अंदर बड़ा सोहना उहदा महल तैयार करवाया। बड़ी सोहने बगीचे दे विच उसनूं रखिया। खाण दा पहनण दा सब कुछ प्रबंध किया। ते नाल एक रब जी ने शर्त ला दी। उस बाग के अंदर एक दरख्त सी जिसनूं फल लगे हुए सन। रब जी आदम नूं आखदे ने तू इस बाग अंदर इस रियायत जो तेनों मिली है तो इहदे अंदर बड़े आनंद विच है सुख विच रह, पर एक पाबंदी है कि शर्त है कि जो इस दरख्त में फल लगे हुए ने ये तू फल नहीं खाने। रब जी ने पाबंदी ला दी कि तू इस दरख्त दे इस वृक्ष दे फल नहीं खाने। हुण आदम जी ने कुछ समा उत्थे बतीत किया, पर मन में सवाल पैदा हो गया कि इस फल ते पाबंदी क्यों लाई है। उसने एक दिन उस फल नूं चख लिया। उसने रब दे हुक्म दी नियम दी आदम ने उलंघना कर दी। ते उस आदम नूं फिर जिहड़ा अरशां विच रह रहा सी, उसनूं फर्श ते डिगना पिया।
ਭਾਵ ਕਿ ਜੋ ਸਵਰਗਾਂ ਵਿੱਚ ਰਹਿ ਰਿਹਾ ਸੀ ਉਸ ਨੂੰ ਨਰਕ ਵਿੱਚ ਪੈਣਾ ਪਿਆ। ਕਿਉਂ ਪੈਣਾ ਪਿਆ? ਕਿਉਂਕਿ ਉਸਨੇ ਰੱਬ ਦੇ ਹੁਕਮ ਦੀ ਅਦੁਲੀ ਕੀਤੀ, ਰੱਬ ਦੇ ਹੁਕਮ ਦੀ ਉਲੰਘਣਾ ਕੀਤੀ। ਉਸਨੇ ਰੱਬ ਜੀ ਦੇ ਹੁਕਮ ਨੂੰ ਮੰਨਿਆ ਨਹੀਂ ਤੇ ਉਸ ਨੂੰ ਦੁਖੀ ਹੋਣਾ ਪਿਆ। ਕਹਿਣ ਤੋਂ ਭਾਵ ਕਿ ਸਾਨੂੰ ਇਹ ਜੋ ਜ਼ਿੰਦਗੀ ਪ੍ਰਾਪਤ ਹੋਈ ਹੈ, ਇਹ ਜੋ ਜੀਵਨ ਮਿਲਿਆ ਹੈ, ਇਸ ਜੀਵਨ ਅੰਦਰ ਅਸੀਂ ਸੁਖੀ ਤਾਂ ਹੋ ਸਕਦੇ ਹਾਂ। ਇਸ ਜੀਵਨ ਅੰਦਰ ਅਸੀਂ ਆਨੰਦਮਈ ਤਾਂ ਹੋ ਸਕਦੇ ਹਾਂ, ਆਨੰਦ ਦੀ ਸੁਖ ਦੀ ਪ੍ਰਾਪਤੀ ਤਾਂ ਅਸੀਂ ਕਰ ਸਕਦੇ ਹਾਂ ਜੇ ਅਸੀਂ ਰੱਬ ਜੀ ਦੇ ਹੁਕਮ ਅੰਦਰ ਚੱਲਾਂਗੇ। ਤੇ ਜਿੱਦਣ ਅਸੀਂ ਰੱਬ ਜੀ ਦੇ ਹੁਕਮ ਦੀ ਉਲੰਘਣਾ ਕੀਤੀ, ਉਦੋਂ ਸਾਡੇ ਅੰਦਰੋਂ ਸੁਖ ਆਨੰਦ ਇਹ ਸਭ ਕੁਝ ਖਤਮ ਹੋ ਜਾਏਗਾ। ਉਦੋਂ ਸਵਰਗ ਜ਼ਿੰਦਗੀ ਨਰਕ ਬਣ ਜਾਏਗੀ ਜਿੱਦਣ ਅਸੀਂ ਹੁਕਮ ਦੀ ਉਲੰਘਣਾ ਕਰਾਂਗੇ। ਜੇ ਹੁਕਮ ਅੰਦਰ ਹਾਂ ਤੇ ਇਹੋ ਜ਼ਿੰਦਗੀ ਸਵਰਗ ਹੈ। ਜੇ ਅਸੀਂ ਹੁਕਮ ਦੀ ਉਲੰਘਣਾ ਕਰ ਰਹੇ ਹਾਂ ਤੇ ਸਾਡੀ ਇਹੋ ਜ਼ਿੰਦਗੀ ਨਰਕ ਬਣ ਜਾਂਦੀ ਹੈ। ਹੁਣ ਜੇ ਸੁਖ ਦੀ ਪ੍ਰਾਪਤੀ ਕਰਨੀ ਹੈ, ਉਸ ਦੀ ਕੋਈ ਮਰਿਆਦਾ ਹੈ। ਸੁਖ ਵਿੱਚ ਰਹਿਣ ਦੀ ਕੋਈ ਜੁਗਤ ਹੈ, ਕੋਈ ਮਰਿਆਦਾ ਹੈ, ਪਰ ਦੁੱਖ ਵਿੱਚ ਰਹਿਣ ਦੀ ਕੋਈ ਮਰਿਆਦਾ ਨਹੀਂ। ਦੁੱਖ ਵਿੱਚ ਜੀਵਨ ਬਤੀਤ ਕਰਨ ਦੀ ਕੋਈ ਮਰਿਆਦਾ ਨਹੀਂ ਹੈਗੀ, ਕੋਈ ਰਹਿਤ ਨਹੀਂ ਹੈਗੀ। ਪਰ ਹਾਂ, ਜੇ ਸੁਖ ਵਿੱਚ ਰਹਿਣਾ ਹੈ, ਆਨੰਦ ਵਿੱਚ ਰਹਿਣਾ ਹੈ, ਉਸ ਦੀ ਕੋਈ ਰਹਿਤ ਹੈ। ਤੇ ਪਾਤਸ਼ਾਹ ਸਾਨੂੰ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਅੰਦਰ ਸਮਝਾਉਂਦੇ ਨੇ ਤੇ ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸਮੁੱਚੀ ਮਨੁੱਖਤਾ ਵਾਸਤੇ ਹੈ, ਹਰੇਕ ਮਨੁੱਖ ਵਾਸਤੇ ਹੈ। ਉਹ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਸ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਅੰਦਰ ਚੱਲਣਾ। ਤੇ ਪਾਤਸ਼ਾਹ ਕਹਿੰਦੇ ਨੇ, हे ਨਾਨਕ, ਇਹ ਵਿਧੀ ਧੁਰ ਤੋਂ ਹੀ ਹਰੇਕ ਮਨੁੱਖ ਦੇ ਨਾਲ ਆ ਰਹੀ ਹੈ। ਇਹ ਭਾਈ, ਜੇ ਤੂੰ ਸਚਿਆਰ ਹੋਣਾ ਹੈ ਤੇ ਸਚਿਆਰ ਹੋਣ ਵਾਸਤੇ ਇਹ ਵਿਧੀ ਹੈ, ਇਹ ਤਰੀਕਾ ਹੈ, ਉਹ ਕੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਰਜ਼ਾ ਦੇ ਮਾਲਕ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਚੱਲਣਾ। ਤੇ ਬਾਣੀ ਸਾਨੂੰ ਰੋਜ਼ ਇਹ ਉਪਦੇਸ਼ ਦ੍ਰਿੜ ਕਰਾਉਂਦੀ ਹੈ। ਤੇ ਪਾਤਸ਼ਾਹ ਆਖਦੇ ਨੇ ਕਿ ਭਾਈ, ਜਿਹੜੇ ਜੀਵ ਹੁਕਮ ਦੀ ਉਲੰਘਣਾ ਕਰਦੇ ਨੇ, ਰਜ਼ਾ ਦੀ ਉਲੰਘਣਾ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੁੰਦਾ। ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੈ ਕਿ ਜਬ ਲਗੁ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰੂ ਜੀ ਨਾਲ ਜੁੜ ਕੇ ਉਸ ਕਰਤੇ ਦੇ ਹੁਕਮ ਨੂੰ ਸਮਝਣਾ ਹੈ। ਜਿਸ ਹੁਕਮ ਦਾ ਜ਼ਿਕਰ ਪਾਤਸ਼ਾਹ ਜਪ ਬਾਣੀ ਦੀ ਦੂਸਰੀ ਪੌੜੀ ਅੰਦਰ ਕਰ ਰਹੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਸਤਿਗੁਰ ਜੀ ਕਹਿੰਦੇ ਨੇ ਭਾਈ, ਉਸ ਹੁਕਮ ਨੂੰ ਗੁਰੂ ਨਾਲ ਜੁੜ ਕੇ ਸਮਝਣਾ ਹੈ। ਤੇ ਜਿਹੜਾ ਇਨਸਾਨ ਹੁਕਮ ਨੂੰ ਸਮਝਦਾ ਨਹੀਂ, ਤੇ ਪਾਤਸ਼ਾਹ ਕਹਿੰਦੇ ਨੇ ਉਹ ਇਨਸਾਨ ਦੁਖੀ ਹੁੰਦਾ ਹੈ। ਹੁਕਮ ਦੀ ਉਲੰਘਣਾ ਕਰਨ ਵਾਲਾ ਇਨਸਾਨ ਹੀ ਦੁਖੀ ਹੁੰਦਾ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾ ਖਾਵੇ। ਹੁਣ ਬੜਾ ਪਿਆਰਾ ਇਹਨਾਂ ਪੰਕਤੀਆਂ ਅੰਦਰੋਂ ਗੁਰਮਤਿ ਦਾ ਨੁਕਤਾ ਸਾਨੂੰ ਸਮਝਣ ਨੂੰ ਮਿਲ ਰਿਹਾ ਹੈ।
ਹੁਣ ਅਸੀਂ ਕਹਿੰਦੇ ਹਾਂ ਕਿ ਰੱਬ ਦਾ ਭਾਣਾ ਵਾਪਰਦਾ ਹੈ, ਕਿ ਇੱਕ ਰੱਬ ਦਾ ਹੀ ਭਾਣਾ ਹੈ, ਦੂਸਰਾ ਕੋਈ ਭਾਣਾ ਨਹੀਂ। ਜਦੋਂ ਇਹਨਾਂ ਪੰਕਤੀਆਂ ਨੂੰ ਸਮਝਾਂਗੇ ਤੇ ਬਾਦਸ਼ਾਹ ਇੱਕ ਭਾਣੇ ਦਾ ਜ਼ਿਕਰ ਨਹੀਂ ਕਰ ਰਹੇ, ਦੋ ਭਾਣਿਆਂ ਦਾ ਜ਼ਿਕਰ ਕਰਦੇ ਪਏ। ਪਰ ਅਸੀਂ ਅੱਜ ਤੱਕ ਇੱਕ ਭਾਣੇ ਨੂੰ ਹੀ ਮੰਨਿਆ ਹੈ, ਉਹ ਰੱਬ ਦੀ ਬਾਣੀ ਨੂੰ। ਜੋ ਵੀ ਘਟਨਾ ਵਾਪਰਦੀ ਹੈ, ਚਾਹੇ ਮੇਰੀ ਰਹਿਣੀ ਗਲਤ ਹੈ, ਮੇਰੀ ਮਾੜੀ ਰਹਿਣੀ ਕਰਕੇ ਮੇਰੇ ਜੀਵਨ ਦੀ ਮਰਿਆਦਾ ਮਾੜੀ ਸੀ, ਮੇਰੇ ਜੀਵਨ ਦੀ ਰਹਿਣੀ ਮਾੜੀ ਸੀ, ਇਸ ਕਰਕੇ ਮੇਰੀ ਜ਼ਿੰਦਗੀ ਅੰਦਰ ਦੁੱਖ ਆਇਆ, ਪਰ ਮੈਂ ਇਹ ਕਹਿ ਦਿੱਤਾ ਇਹ ਰੱਬ ਦਾ ਭਾਣਾ ਹੈ, ਇਹ ਰੱਬ ਨੇ ਦੁੱਖ ਭੇਜਿਆ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਹੀਂ, ਇਹ ਮਨੁੱਖ ਰੱਬ ਦਾ ਭਾਣਾ ਉਹ ਤੇ ਬੜਾ ਚੰਗਾ ਹੈ, ਉਹ ਤੇ ਬੜਾ ਮਿੱਠਾ ਹੈ, ਉਹ ਤੇ ਸਾਰਿਆਂ ਵਾਸਤੇ ਰੱਬੀ ਭਾਣਾ ਸੁਖਦਾਈ ਹੈ। ਰੱਬ ਜੀ ਦਾ ਭਾਣਾ ਸਭ ਵਾਸਤੇ ਚੰਗਾ ਹੈ, ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਆਖਦੇ ਨੇ, ਤੇਰਾ ਕੀਆ ਮਿੱਠਾ ਲਾਗੇ। ਇਹ ਰੱਬ ਜੀ ਤੇਰਾ ਜਿਹੜਾ ਭਾਣਾ ਹੈ ਨਾ, ਉਹ ਬੜਾ ਮਿੱਠਾ ਹੈ, ਬੜਾ ਚੰਗਾ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਅਸੀਂ ਦੁਖੀ ਕਿਉਂ ਹੁੰਦੇ ਹਾਂ, ਅਸੀਂ ਆਤਮਿਕ ਤਲ ਤੇ ਚੋਟਾਂ ਕਿਉਂ ਖਾਣੇ ਹਾਂ, ਠੋਕਰਾਂ ਕਿਉਂ ਖਾ ਰਹੇ ਹਾਂ। ਹੁਣ ਸਤਿਗੁਰ ਆਖਦੇ ਨੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਹਦਾ ਅਰਥ ਹੈ ਇੱਕ ਰੱਬ ਦਾ ਭਾਣਾ ਹੈ, ਇੱਕ ਮੇਰੇ ਮਨ ਦਾ ਭਾਣਾ ਹੈ। ਮਨ ਦੀ ਮਤ ਮੁਤਾਬਕ ਜਦੋਂ ਅਸੀਂ ਚੱਲਨੇ ਹਾਂ, ਰੱਬੀ ਹੁਕਮ ਦੀ, ਰੱਬੀ ਭਾਣੇ ਦੀ ਉਲੰਘਣਾ ਕਰਨੇ ਹਾਂ, ਮਨ ਦੀ ਮਤ ਪਿੱਛੇ ਲੱਗ ਕੇ, ਮਨ ਦੇ ਭਾਣੇ ਪਿੱਛੇ ਚੱਲ ਕੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਭਾਈ ਫਿਰ ਸਾਨੂੰ ਚੋਟਾਂ ਖਾਣੀਆਂ ਪੈਂਦੀਆਂ ਨੇ, ਸਾਨੂੰ ਬਹੁਤ ਚੋਟਾਂ ਪੈਂਦੀਆਂ ਨੇ। ਪਰ ਹਾਂ, ਉਹ ਬੜੇ ਸੁਖੀ ਹੁੰਦੇ ਨੇ ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ। ਹੁਣ ਆਪਾਂ ਸਮਝ ਰਹੇ ਹਾਂ ਕਿ ਗੁਰਮਤਿ ਦੀ ਰਹਿਣੀ ਦਾ ਅਰਥ ਹੈ ਕਿ ਅਮਲੀ ਤੌਰ ਤੇ ਜੀਵਨ ਜਿਉਣਾ। ਹੁਣ ਇੱਕ ਹੈ ਬਾਹਰਲੀ ਰਹਿਤ, ਇੱਕ ਹੈ ਅੰਦਰ ਦੀ ਰਹਿਤ। ਸਾਡੀ ਸ਼ਖਸੀ ਜੀਵਨੀ ਜਦੋਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹੀਏ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੋ ਪ੍ਰਕਾਰ ਦੀ ਰਹਿਣੀ ਦਾ ਜ਼ਿਕਰ ਆਇਆ ਹੈ। ਇੱਕ ਹੈ ਸ਼ਖਸੀ ਰਹਿਣੀ, ਇੱਕ ਹੈ ਪੰਥਕ ਰਹਿਣੀ। ਪੰਥਕ ਕਾਰਜਾਂ ਵਿੱਚ ਹਿੱਸਾ ਲੈਣਾ। ਪੰਥਕ ਰਹਿਣੀ ਦੇ ਵੀ ਕੁਝ ਗੁਣ ਨੇ, ਕੁਝ ਨਿਯਮ ਨੇ, ਪਰ ਪੰਥਕ ਰਹਿਣੀ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਸ਼ਖਸੀ ਰਹਿਣੀ ਦਾ। ਹੁਣ ਸ਼ਖਸੀ ਰਹਿਣੀ ਦੇ ਤਿੰਨ ਗੁਣ ਨੇ। ਇੱਕ ਕਿ ਨਾਮ ਬਾਣੀ ਦਾ ਅਭਿਆਸ, ਜਿਸ ਦੇ ਅੰਦਰ ਸਾਡਾ ਨਿਤਨੇਮ ਹੈ, ਸਿਮਰਨ ਹੈ, ਇਹ ਸ਼ਖਸੀ ਰਹਿਣੀ ਦੇ ਅੰਦਰ ਆਉਂਦਾ ਹੈ। ਉਸ ਤੋਂ ਅੱਗੇ ਹੈ ਗੁਰਮਤਿ ਦੀ ਰਹਿਣੀ, ਕਿ ਸਾਡਾ ਜਿਹੜਾ ਸਾਰਾ ਜੀਵਨ ਹੈ ਉਹ ਗੁਰੂ ਦੀ ਮੱਤ ਮੁਤਾਬਕ ਬਤੀਤ ਹੋਵੇ, ਗੁਰੂ ਆਸ਼ੇ ਮੁਤਾਬਕ ਅਸੀਂ ਅਮਲੀ ਤੌਰ ਤੇ ਗੁਰੂ ਦੀ ਮੱਤ ਮੁਤਾਬਕ ਜੀਵਨ ਜਿਉ ਸਕੀਏ। ਇੱਕ ਹੈ ਕਿ ਬਾਹਰੀ ਨੇਮ ਨਿਭਾਉਣਾ, ਜਿਵੇਂ ਕਿ ਮਰਿਆਦਾ ਵਿੱਚ ਨੇਮ ਦਾ ਜ਼ਿਕਰ ਆਇਆ ਹੈ, ਨਿਤਨੇਮ ਦਾ ਜ਼ਿਕਰ ਆਇਆ ਹੈ। ਹੁਣ ਮੈਂ ਬਾਹਰੀ ਤੌਰ ਤੇ ਨੇਮ ਤੇ ਨਿਭਾ ਲਿਆ ਤੇ ਨਿਭਾਉਣਾ ਹੈ। ਹੁਣ ਪਾਤਸ਼ਾਹ ਕਹਿੰਦੇ ਨੇ, ਜੇ ਨੇਮ ਨਿਭਾਉਂਦਿਆਂ ਹੋਇਆ ਅਮਲੀ ਜੀਵਨ ਦੀ ਰਹਿਤ ਦੀ ਪਾਲਣਾ ਨਹੀਂ ਕੀਤੀ, ਅਮਲੀ ਜੀਵਨ ਅਸੀਂ ਗੁਰਮਤਿ ਮੁਤਾਬਕ ਨਹੀਂ ਜਿਉ ਪਾਏ, ਤੇ ਪਾਤਸ਼ਾਹ ਕਹਿੰਦੇ ਨੇ ਫਿਰ ਬਾਹਰ ਦਾ ਤੇਰਾ ਨੇਮ, ਬਾਹਰ ਦੀ ਜਿਹੜੀ ਕਥਨੀ ਹੈ ਉਸ ਨੂੰ ਪ੍ਰਵਾਨਗੀ ਨਹੀਂ ਮਿਲ ਸਕਦੀ। ਉਸੇ ਦੀ ਕਥਨੀ ਨੂੰ,
ਉਸੇ ਦੀ ਬਾਹਰੀ ਰਹਿਤ ਨੂੰ, ਉਸੇ ਦੇ ਬਾਹਰੀ ਨੇਮ ਨੂੰ ਪ੍ਰਵਾਨਗੀ ਮਿਲਦੀ ਹੈ ਜਿਸ ਦੀ ਕਰਨੀ ਉੱਚੀ ਹੈ। ਗੁਰਮਤਿ ਅਨੁਸਾਰ, ਗੁਰਬਾਣੀ ਅਨੁਸਾਰ ਜੇ ਅਮਲੀ ਜੀਵਨ ਚੰਗਾ ਨਹੀਂ, ਜੇ ਸਾਡੀ ਕਰਨੀ ਉੱਚੀ ਨਹੀਂ, ਕਿਰਦਾਰ ਸੋਹਣਾ ਨਹੀਂ, ਤੇ ਪਾਤਸ਼ਾਹ ਕਹਿੰਦੇ ਨੇ ਫਿਰ ਬਾਹਰ ਦੇ ਨੇਮ ਨੂੰ ਵੀ ਪ੍ਰਵਾਨਗੀ ਨਹੀਂ ਮਿਲੇਗੀ, ਬਾਹਰ ਦੀ ਕਥਨੀ ਨੂੰ ਵੀ ਪ੍ਰਵਾਨਗੀ ਨਹੀਂ ਮਿਲੇਗੀ। ਇੱਥੇ ਉਹਨਾਂ ਦੀ ਕਥਨੀ ਨੂੰ, ਉਹਨਾਂ ਦੇ ਬਾਹਰੀ ਨੇਮ ਨੂੰ ਪ੍ਰਵਾਨਗੀ ਮਿਲਦੀ ਹੈ ਜਿਨ੍ਹਾਂ ਦੀ ਕਰਨੀ ਉੱਚੀ ਹੈ। ਹੁਣ ਗੁਰਮਤਿ ਅਨੁਸਾਰ ਰਹਿਣੀ ਭਾਵ ਕਿ ਗੁਰਮਤਿ ਅਨੁਸਾਰ ਅਮਲੀ ਜੀਵਨ ਜਿਉਣਾ, ਤੇ ਕਿਵੇਂ ਜਿਉਣਾ ਹੈ? ਗੁਰਮਤਿ ਅਨੁਸਾਰ ਮੈਂ ਅਮਲੀ ਜੀਵਨ ਦੀ ਕਿਹੜੀ ਰਹਿਤ ਰੱਖਣੀ ਹੈ? ਇੱਕ ਹੈ ਤਨ ਦੀ ਰਹਿਤ, ਜਿਵੇਂ ਆਪਾਂ ਨਾਮ ਬਾਣੀ ਦੇ ਅਭਿਆਸ ਦਾ, ਨਿਤਨੇਮ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ 5 ਰਹਿਤਾਂ ਨੇ ਬਾਹਰਲੀਆਂ, ਤੇ ਬਾਹਰ ਦੀਆਂ 4 ਕੁਰੈਤਾਂ ਨੇ, ਉਹਨਾਂ ਦਾ ਪਾਲਣ ਅਸੀਂ ਕਰਨਾ ਹੈ। 5 ਰਹਿਤਾਂ ਦੇ ਅਸੀਂ ਧਾਰਨੀ ਹੋਣਾ ਹੈ, 5 ਕਕਾਰੀ ਵਰਦੀ ਪਹਿਨਣੀ ਹੈ। 4 ਕੁਰੈਤਾਂ ਨਹੀਂ ਕਰਨੀਆਂ, ਜਿਹੜੀਆਂ ਬਜ਼ੁਰਗ ਕੁਰੈਤਾਂ ਜਿਨ੍ਹਾਂ ਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਵਿੱਚ ਆਇਆ ਹੈ। ਰਹਿਤ ਦੀ ਪਾਲਣਾ ਕਰਨੀ ਹੈ ਤੇ ਬਜ਼ੁਰਗ ਕੁਰੈਤਾਂ ਤੋਂ ਬਚਣਾ ਹੈ। ਜਿਵੇਂ ਬਜ਼ੁਰਗ ਕੁਰੈਤ ਕੇਸ ਕਟਾਉਣੇ, ਇਹ ਬਜ਼ੁਰਗ ਕੁਰੈਤ ਹੈ। ਤੰਬਾਕੂ ਦੀ ਵਰਤੋਂ, ਕੁੱਠੇ ਹਲਾਲ ਮਾਸ ਦੀ ਵਰਤੋਂ, ਪਰਤਨਗਾਮੀ ਹੋਣ ਦੀ ਵਰਤੋਂ, ਇਹ ਜਿਹੜੀਆਂ 4 ਬਜ਼ੁਰਗ ਕੁਰੈਤਾਂ ਨੇ ਗੁਰਮਤਿ ਵਿੱਚ, ਇਹ ਬਾਹਰੀ ਕੁਰੈਤਾਂ ਨੇ, ਤੇ 5 ਬਾਹਰੀ ਰਹਿਤਾਂ ਨੇ ਜਿਨ੍ਹਾਂ ਨੂੰ ਅਸੀਂ ਧਾਰਨ ਕਰਨਾ ਹੈ, ਤੇ 4 ਕੁਰੈਤਾਂ ਤੋਂ ਬਚਣਾ ਹੈ। ਪਰ ਇਹ ਤੇ ਹੋ ਗਈਆਂ ਬਾਹਰਲੀਆਂ। ਹੁਣ ਪਾਤਸ਼ਾਹ ਬਾਣੀ ਦੇ ਅੰਦਰ ਅਮਲੀ ਜੀਵਨ ਦੀਆਂ ਰਹਿਤਾਂ ਦਾ ਜ਼ਿਕਰ ਕਰਦੇ ਨੇ, ਤੇ ਬਾਣੀ ਅੰਦਰ ਜਿਹੜੀਆਂ ਰਹਿਤਾਂ ਪਾਤਸ਼ਾਹ ਦੱਸ ਰਹੇ ਨੇ ਉਹ ਸਮੁੱਚੀ ਮਾਨਵਤਾ ਵਾਸਤੇ ਨੇ। ਇਹ ਤੇ ਸਾਡੀ ਕੌਮੀ ਰਹਿਤਾਂ ਨੇ, 5 ਕਕਾਰੀ ਵਰਦੀ ਧਾਰਨ ਕਰਨੀ, 4 ਕੁਰੈਤਾਂ ਤੋਂ ਬਚਣਾ, ਇਹ ਕੌਮੀ ਸਾਡੀਆਂ ਰਹਿਤਾਂ ਨੇ, ਕੌਮੀ ਕੁਰੈਤਾਂ ਨੇ। ਪਰ ਜਦੋਂ ਬਾਣੀ ਦੇ ਅੰਦਰੋਂ ਗੁਰਮਤਿ ਦੀ ਰਹਿਣੀ ਨੂੰ ਸਮਝਾਂਗੇ ਤੇ ਬਾਣੀ ਦਾ ਉਪਦੇਸ਼ ਤੇ ਫਿਰ 4 ਵਰਨਾਂ ਕੋ ਸਾਂਝਾ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਗੁਰਮਤਿ ਦੀ ਜਿਹੜੀ ਰਹਿਣੀ ਗੁਰਬਾਣੀ ਤੋਂ ਸਾਨੂੰ ਸਮਝ ਪੈਂਦੀ ਹੈ, ਉਹ ਰਹਿਣੀ ਸਮੁੱਚੀ ਮਾਨਵਤਾ ਵਾਸਤੇ ਹੈ। ਤੇ ਬਾਬਾ ਕਬੀਰ ਸਾਹਿਬ ਜੀ ਦਾ ਗੌੜੀ ਰਾਗ ਦੇ ਅੰਦਰ ਇੱਕ ਸ਼ਬਦ ਹੈ, ਉਹਨਾਂ ਨੇ ਰਹਿਤ ਦਾ ਜ਼ਿਕਰ ਕੀਤਾ ਹੈ। ਤੇ ਬਾਬਾ ਕਬੀਰ ਸਾਹਿਬ ਆਖਦੇ ਨੇ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਬਾਬਾ ਕਬੀਰ ਸਾਹਿਬ ਜੀ ਨੇ 5 ਤੱਤਾਂ ਦਾ ਜ਼ਿਕਰ ਕੀਤਾ ਹੈ। ਅਪ ਦਾ ਅਰਥ ਹੈ ਜਲ, ਪਾਣੀ। ਤੇਜ ਦਾ ਅਰਥ ਹੈ ਅੱਗ। ਬਾਏ ਦਾ ਅਰਥ ਹੈ ਹਵਾ। ਪ੍ਰਿਥਵੀ ਦਾ ਅਰਥ ਹੈ ਧਰਤੀ। ਤੇ ਆਕਾਸ਼ ਦਾ ਅਰਥ ਹੈ, ਆਪ ਸਮਝਦੇ ਹੋ, ਆਕਾਸ਼। ਹੁਣ ਬਾਬਾ ਕਬੀਰ ਸਾਹਿਬ ਆਖਦੇ ਨੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਬਾਬਾ ਕਬੀਰ ਸਾਹਿਬ ਆਖਦੇ ਨੇ, ਇਹ ਚੀਜ਼ਾਂ ਵੀ, ਧਰਤੀ ਵੀ, ਆਕਾਸ਼ ਵੀ, ਹਵਾ ਵੀ, ਪਾਣੀ ਵੀ, ਅੱਗ ਵੀ, ਇਹ ਜਿਹੜੀਆਂ 5 ਚੀਜ਼ਾਂ ਨੇ ਨਾ, ਇੱਕ ਰਹਿਤ ਦੀ ਪਾਲਣਾ ਕਰ ਰਹੀਆਂ ਨੇ। ਤੇ ਜਦੋਂ ਉਹਨਾਂ ਦੀ ਰਹਿਤ ਸਮਝੀਏ ਕਿ ਅੱਗ ਦੀ ਕੀ ਰਹਿਤ ਹੈ, ਪਾਣੀ ਦੀ ਕੀ ਰਹਿਤ ਹੈ, ਆਕਾਸ਼ ਦੀ ਕੀ ਰਹਿਤ ਹੈ, ਧਰਤੀ ਦੀ ਕੀ ਰਹਿਤ ਹੈ, ਬਾਬਾ ਕਬੀਰ ਸਾਹਿਬ ਆਖਦੇ ਨੇ, ਇਹ ਚੀਜ਼ਾਂ ਰਹਿਤ ਦੀ ਪਾਲਣਾ ਕਰ ਰਹੀਆਂ ਨੇ, ਮੈਂ ਵੀ ਇਹਨਾਂ ਵਾਂਗੂ ਰਹਿਤ ਦੀ ਪਾਲਣਾ ਕਰ ਰਿਹਾ। ਹੁਣ ਬੜਾ ਕੀਮਤੀ ਬਚਨ ਹੈ ਬਾਬਾ ਕਬੀਰ ਸਾਹਿਬ ਜੀ ਦਾ। ਰਹਿਤ ਦਾ ਅਰਥ ਹੈ ਕਿ ਕਿਸੇ ਚੀਜ਼ ਦੀ ਪਾਲਣਾ ਕਰਨੀ।
ਹੁਣ ਬਾਬਾ ਕਬੀਰ ਸਾਹਿਬ ਆਖਦੇ ਨੇ ਕਿ ਭਾਈ ਪਾਣੀ ਦੀ ਇੱਕ ਰਹਿਤ ਹੈ, ਪਾਣੀ ਇੱਕ ਗੁਣ ਦੀ ਰਹਿਤ ਕਰ ਰਿਹਾ ਹੈ, ਭਾਵ ਸੰਭਾਲ ਕਰ ਰਿਹਾ ਹੈ ਪਾਣੀ। ਹੁਣ ਪਾਣੀ ਦਾ ਜਿਹੜਾ ਗੁਣ ਹੈ ਨਾ ਉਹ ਹੈ ਨਿਰਮਲ, ਨਿਰਮਲਤਾ। ਪਾਣੀ ਹਮੇਸ਼ਾ ਨਿਰਮਲ ਹੁੰਦਾ ਹੈ, ਪਾਣੀ ਕਦੀ ਗੰਦਾ ਨਹੀਂ ਹੋ ਸਕਦਾ। ਹੁਣ ਦੂਸਰੇ ਨੰਬਰ ਤੇ ਜ਼ਿਕਰ ਆਇਆ ਹੈ ਪਾਣੀ ਤੋਂ ਬਾਅਦ ਅੱਗ। ਹੁਣ ਅੱਗ ਦੀ ਵੀ ਰਹਿਤ ਹੈ, ਅੱਗ ਦੇ ਅੰਦਰ ਜਿਹੜੀ ਰਹਿਤ ਹੈ, ਅੱਗ ਦਾ ਜੋ ਗੁਣ ਹੈ, ਅੱਗ ਸਾੜਦੀ ਹੈ। ਆਪਾਂ ਵਿਸਤਾਰ ਦੇ ਨਾਲ ਸਮਝਾਂਗੇ ਕਿ ਇਸ ਤੋਂ ਅੱਗੇ ਹਵਾ ਦਾ ਗੁਣ ਹੈ ਸਮਦਰਸ਼ੀ। ਜਦੋਂ ਹਵਾ ਚੱਲਦੀ ਹੈ ਸਭ ਨੂੰ ਇੱਕੋ ਜਿਹੀ ਲੱਗਦੀ ਹੈ, ਹਵਾ ਦੇ ਅੰਦਰ ਵਿਤਕਰਾ ਨਹੀਂ ਹੈਗਾ। ਇਸੇ ਤਰ੍ਹਾਂ ਧਰਤੀ ਦਾ ਗੁਣ ਹੈ, ਧਰਤੀ ਦੇ ਅੰਦਰ ਧੀਰਜ ਹੈ। ਇਹ ਧਰਤੀ ਦਾ ਗੁਣ ਹੈ, ਧਰਤੀ ਇਸ ਗੁਣ ਦੀ ਪਾਲਣਾ ਕਰ ਰਹੀ ਹੈ, ਇਸ ਗੁਣ ਦੀ ਰਹਿਤ ਨੂੰ ਧਰਤੀ ਨੇ ਸੰਭਾਲ ਕੇ ਰੱਖਿਆ ਹੈ। ਤੇ ਉਸ ਤੋਂ ਅੱਗੇ ਹੈ ਆਕਾਸ਼ ਦਾ ਗੁਣ। ਹੁਣ ਇਹਨਾਂ ਸਾਰਿਆਂ ਗੁਣਾਂ ਨੂੰ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਅੰਦਰੋਂ ਪੜਾਂਗੇ ਤੇ ਫਿਰ ਸਾਨੂੰ ਇਹਨਾਂ ਚੀਜ਼ਾਂ ਦੀ ਰਹਿਤ ਸਪਸ਼ਟ ਹੋ ਜਾਏਗੀ। ਹੁਣ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਆਖਦੇ ਨੇ कि ब्रह्म ज्ञानी के दृष्ट समान जैसे राज रंग को लागे तुल पवान। पवान का अर्थ है हवा। भाई हवा का एक गुण अपने अंदर धारण करिए। जदों भी हवा चलती है वो अमीर ते गरीब नूं इक्को जी लगती है। ते साडी दृष्टि दे अंदर भी एक गुण आ जाए, इस गुण की असीं पालना करिए, इस गुण की असीं रहत रखिए। किहड़े गुण की रहत? कि साडी दृष्टि अंदर भी अमीर गरीब एक होवे। साडी दृष्टि अंदर भी जिसनों लोग वड्डी जात दा ते नीवीं जात दा कहिंदे ने, पातशाह गुरु अर्जन देव महाराज आखदे ने भाई दृष्टि हवा दे वांग बनाइए। हवा का एक गुण है, साडी दृष्टि अंदर भी कोई वड्डी जात का कोई नीवी जात का ना होवे। यह है गुरमत की रहनी। पर असीं नितनेम करते हुए भी, बाहर की रहत की पालना करते हुए भी, बाहर के चिन्हां नूं धारण करते हुए भी असीं अमीरी गरीबी ऊच नीच की भावना में फसे हुए हैं। जे साडे अंदर ही गुण नहीं आया तो फिर असीं गुरु की निगाह अंदर साडी बाहरला नेम ते साडी बाहर की कथनी, साडी बाहर के पहरावे प्रवान नहीं हो सकणगे। जे ये गुण साडी अमली जीवन का हिस्सा नहीं बनिया, आत्मिक तल ते इस गुण की संभाल नहीं की, जिसनों गुरु अर्जन पातशाह महाराज आखते ने कि ब्रह्म ज्ञानी के दृष्ट समान जैसे राज रंग को लागे तुलपवान। यह है हवा का गुण। ये हवा को असीं सीखना है, रहत सीखनी है। उस तो अगे धरती तो सीखना है कि धरती केड़े गुण की पालना कर रही है। ते गुरु अर्जन पातशाह महाराज आखते ने कि भाई धरती अंदर धीरज है, धरती के अंदर धीरज है। कोई धरती नूं कुट रहा है, कोई धरती उत्ते चंदन का लेप कर रहा है, पर धरती अंदर इन्ना धीरज है। कदी धरती ने यह नहीं आख्या कि जो मैनूं पुट्टण वाला है मैं उसनूं अपने उत्ते रखना नहीं, ते जिहड़ी मेरी पूजा कर रहा है मैं उसनूं अपनी ते थां देनी है। ब्रह्म ज्ञानी के धीरज एक, जो वसुधा को खोदे को चंदन लेप। वसुधा का अर्थ धरती। पातशाह कहते हैं धरती का एक गुण हासिल करिए, इस गुण की अपने अंदर रहत रखिए कि अपने अंदर धीरज पाल के रखिए।
ਧਰਤੀ ਵਾਂਗ ਅੰਦਰ ਧੀਰਜ ਹੋਵੇ। ਤੇ ਪਿਆਰਿਓ, ਜੇ ਇਹ ਧੀਰਜ ਵਾਲਾ ਗੁਣ ਨਾ ਸਾਡੇ ਅੰਦਰ ਹੋਵੇਗਾ ਤੇ ਅਸੀਂ ਜ਼ਿੰਦਗੀ ਫਿਰ ਜਿਉ ਨਹੀਂ ਸਕਾਂਗੇ। ਜ਼ਿੰਦਗੀ ਦੁੱਖਾਂ ਵਿੱਚ ਲੰਘੇਗੀ, ਕਲੇਸ਼ਾਂ ਵਿੱਚ ਲੰਘੇਗੀ। ਹਾਂ, ਜਿਸ ਦੇ ਅੰਦਰ ਧੀਰਜ ਦਾ ਗੁਣ ਹੈ, ਧੀਰਜ ਮਨੁੱਖ ਨੂੰ ਇੰਨਾ ਅੰਦਰੋਂ ਮਜ਼ਬੂਤ ਕਰ ਦਿੰਦਾ ਹੈ, ਕੋਈ ਨਿੰਦਾ ਕਰ ਰਿਹਾ ਹੈ ਫਿਰ ਵੀ ਅਸਰ ਨਹੀਂ, ਕੋਈ ਵਡਿਆਈ ਕਰ ਰਿਹਾ ਹੈ ਫਿਰ ਵੀ ਅਸਰ ਨਹੀਂ। ਭਾਵ ਕਿ ਧੀਰਜ ਸਾਨੂੰ ਸੰਜਮ ਵਿੱਚ ਰੱਖਦਾ ਹੈ। ਤੇ ਸਿਆਣੇ ਸੱਜਣ ਤੇ ਆਖਦੇ ਨੇ, ਭਾਈ ਸਾਡੀ ਸਮਝ ਇੰਨੀ ਉੱਚੀ ਹੋਵੇ, ਸਾਡੇ ਅੰਦਰ ਧੀਰਜ ਇੰਨਾ ਹੋਵੇ ਕਿ ਦੂਸਰਾ ਤੇ ਪੱਥਰ ਮਾਰੇ ਪਰ ਸਾਡੇ ਕੋਲ ਆਉਂਦਿਆਂ ਆਉਂਦਿਆਂ ਉਹ ਪੱਥਰ ਫੁੱਲ ਬਣ ਜਾਏ। ਧੀਰਜ ਇੰਨਾ ਹੋਵੇ, ਸਮਝ ਇੰਨੀ ਉੱਚੀ ਹੋਏ, ਜੇ ਕਿਸੇ ਨੇ ਪੱਥਰ ਵੀ ਮਾਰਿਆ ਹੈ ਨਾ ਤੇ ਉਹ ਪੱਥਰ ਵੀ ਸਾਡੇ ਕੋਲ ਆਉਂਦਾ ਆਉਂਦਾ ਫੁੱਲ ਬਣ ਜਾਏ। ਪੱਥਰ ਤੋਂ ਮਾਰਨ ਤੋਂ ਭਾਵ ਕਿ ਜੇ ਕੋਈ ਸਾਨੂੰ ਮਾੜਾ ਬੋਲ ਰਿਹਾ ਹੈ ਤੇ ਉਹਦੇ ਮਾੜੇ ਬੋਲ ਸਾਡੇ ਤੀਕਰ ਆਉਂਦਿਆਂ ਹੋਇਆਂ ਉਹ ਫੁੱਲ ਬਣ ਜਾਣ। ਧੀਰਜ ਇੰਨਾ ਹੋਵੇ, ਸਮਝ ਇੰਨੀ ਹੋਵੇ। ਪਰ ਸਾਡੇ ਧੀਰਜ ਨਾ ਹੋਣ ਕਰਕੇ, ਗੁਰਮਤਿ ਦੀ ਸਮਝ ਨਾ ਹੋਣ ਕਰਕੇ, ਮਾਰਦਾ ਤੇ ਕੋਈ ਛੋਟੀ ਜੀ ਢੇਲੀ ਹੈ ਪਰ ਅਸੀਂ ਸਿਰ ਆਪਣਾ ਆਪ ਹੀ ਅੱਗੇ ਕਰਕੇ ਕਹਿੰਦੇ ਹਾਂ ਕਿ ਮੈਨੂੰ ਤੇ ਪੱਥਰ ਮਾਰ ਦਿੱਤਾ ਹੈ। ਮਾਰੀ ਕਿਸੇ ਨੇ ਛੋਟੀ ਢੇਲੀ, ਪਰ ਸਾਡੀ ਸਮਝ ਇੰਨੀ ਕੁ ਨੀਵੀਂ ਹੈ। ਇੱਕ ਤੇ ਢੇਲੀ ਉੱਤੇ ਜਿਹੜੀ ਗੀਟੀ ਵੱਜਣ ਵਾਸਤੇ ਆ ਰਹੀ ਸੀ, ਇੱਕ ਤੇ ਸਿਰ ਵੀ ਆਪਣਾ ਆਪ ਅੱਗੇ ਕੀਤਾ ਤੇ ਦੂਸਰਾ ਹੋਇਆ ਕਿ ਅਸੀਂ ਆਖਿਆ ਇਹ ਢੇਲੀ ਨਹੀਂ, ਇਹ ਤੇ ਪੱਥਰ ਆ ਕੇ ਵੱਜਾ ਹੈ। ਹੁਣ ਸਾਡੀ ਸਮਝ ਇੰਨੀ ਨੀਵੀਂ ਹੈ। ਪਾਤਸ਼ਾਹ ਕਹਿੰਦੇ ਨੇ, ਭਾਈ ਧਰਤੀ ਜਿਸ ਗੁਣ ਦੀ ਰਹਿਤ ਰੱਖ ਰਹੀ ਹੈ, ਧਰਤੀ ਅੰਦਰ ਧੀਰਜ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਸੁਦਾ ਕੋ ਖੋਦੈ ਕੋ ਚੰਦਨ ਲੇਪ। ਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਆਖਦੇ ਨੇ कि अगे अग दा गुण है। ब्रह्म ज्ञानी का यह गुनाव जो पावक का सहज स्वभाव। हुण अग दे अंदर गुण है, अग साड़ती है। हुण बादशाह कहते ने अग दा एक गुण धारण कर लईए, अग तो एक गुण सिख लईए, इस गुण की असी भी रहत रखीए। वो की रहत रखनी है कि जिन्ने अवगुण ने, जिन्नियां बुराइयां ने अपने अंदर उसनूं असी साड़ दईए, क्योंकि अग का सुभाव है साड़ना। तो बाबा कबीर साहब आखदे ने कि ज्यों ज्यों मेरे अंदर कोई बुराई प्रवेश करती है, मैं उस बुराई नूं साड़ देना, उससे टाइम ही खत्म कर देना, क्योंकि मैं अग तो कुछ सीखिया है। ते पातशाह आखदे ने ब्रह्म ज्ञानी निर्मल ते निर्मला, जैसे मैल ना लागे जला। हुण पानी का एक गुण है, पानी की की रहत है कि पानी निर्मल है। ते पातशाह कहते ने एक गुण अपने अंदर लैके आइए, इस गुण की पालना करिए। जीओ निर्मल बाहरों निर्मल, बाहरों ता निर्मल, जीओ निर्मल, सतगुर ते करनी कमाणी। आपां अमली रहत का जिक्र करते पए हां। जिहड़ी अमली रहत सानूं गुरबाणी दे विचों प्राप्त हो रही है, जिथे असीं बाहर दी रहत दी संभाल कर रहे हां कि भाई मेरा नितनेम ना छुटे, मेरी संगत ना छुटे, मेरे तो पंज पुकार जुदा ना होण, मैं इन्हां दी संभाल करनी है। हुण बादशाह कहने जिथे तू बाहरी रहत दी संभाल कर रहा है ना, बाहरी रहत भी तां प्रवान होएगी जे अमली रहत है तेरे अंदर। ते बादशाह आखदे ने ब्रह्म ज्ञानी निर्मल ते निर्मला, जैसे मैल ना लागे जला। पातशाह कहते ने पानी दे इस गुण की तू अंदर रहत रख। ते पातशाह फिर अगे आखदे ने धार ऊपर आकाश, ये भी
बचन सुखमणी साहब का है, ब्रह्म ज्ञानी के मन होए प्रगाश, जैसे धर उपर आकाश। हुण आकाश सब थावां ते है, धरती किते मुक जाती, किते शुरू हो जाती है, किते सागर आ जाते हैं, किते दरिया आ जाते हैं, पर आकाश किते नहीं मुकदा। धरती ते भी है, सागरां दे उत्ते भी आकाश है। हुण पातशाह कहंदे ने आकाश का एक गुण धारण कर लईए, सिख लईए कि असी भी रब जी नूं सब थावां ते वेखना शुरू कर दईए। सब थावां ते, जिस तरह आकाश सब थावां ते फैलिया है, असी भी रब नूं सब थावां ते वेखीए। जह जह पेखू तहा हजूर, दूर कतू ना जाई, रब रहा सरबत्तर मैं मन सदा ते आई। बाबा कबीर साहब आखदे ने, मैं ते इस अमली रहत नूं धारण कीता होया है, भाव कि मेरी दृष्टि सब लई इक्को जी है, मेरे अंदर धीरज है। बाबा कबीर साहब आखदे ने, मेरे मन अंदर अग का गुण है कि मैं अपनी बुराइयां नूं आप ही साड़दा हां। पानी का गुण है कि मेरा अंदर निर्मल है। आकाश का गुण मैं धारण किया है, ये समझिया कि रब सब थावां ते है। अप तेज बाए पृथ्वी आकाशा, ऐसी रहत रहू हर पासा। इस रहत की अमली जीवन अंदर असी भी पालना करनी है। इधर पातशाह कहंदे ने, भाई बाहरली रहत ते बहुतियां कुल है, बाहरली रहत बड़ियां कुल है। बाहर ज्ञान ध्यान इशनान, ये है ना बाहरली रहत। असी कहने ध्यान जोड़िए, इशनान करिए, ज्ञान नाल जुड़िए, ये तो बाहरी है। पर बादशाह कहने अंदर की रहत की है, बाहर ज्ञान ध्यान इशनान, अंतर व्यापै लोभ सवार, पर अंदर ते लोभ रूपी कुत्ता बैठा है। मन की रहत ते रखी नहीं, मन नूं अवगुणा तो बचाया, मन नूं तू अवगुणा तो बचा के नहीं रखिया। मन अंदर तू रब्बी गुणा की संभाल नहीं की, रब्बी गुणा की रहत नहीं रखी। ये पातशाह कहते, इस करके जीवन में आनंद नहीं। असी कहने असी बाहर की रहत की पालना तो करने, पर साड़ी जिंदगी अंदर सुख नहीं आ रहा, आनंद नहीं आ रहा। पर बादशाह कहते जिथे बाहर की रहत की इसकी पालना कर रहे हैं भाई, उत्थे अंदर की रहत की जो पालना करांगे उदों आनंद आएगा। सतगुरां दा होर एक पावन वचन है, सतगुरु जी कहते ने भाई, उही दरख्त छां दे सकता है जिस दरख्त दियां जड़ां धरती विच ने, उही शान दे फल दे सकता है। पातशाह कहते हैं, पहलों दे जड़ अंदर जमे ता ऊपर होवे छाव। ये भाई साडा जीवन भी तां किसी लिए सुखदाई बन सकता है, आनंदमय बन सकता है, जदों नाम की जड़ पहला साडे अंदर लगी हुई है। ते बादशाह कहते हैं, गुरमत की रहनी इन्नी सोहनी बन जाए कि साडे परिवार के जीव भी सब तो पहला साडे तो खुश होण, साडे शुभ गुणां नूं देख के साडा परिवार सुखी होवे। उस तो बाद परिवार तो बाद मेरा समाज सुखी होवे, जीवन का वरतीरा इहो जिहा होवे, अमली जीवन जुगत इहो जी होवे। उस जुगत तो परिवार भी सुखी होवे, समाज भी सुखी होवे, कौम भी सुखी होवे। ते पातशाह कहंदे इत्थे बस नहीं, जिहदे नाल भी साडी धार्मिक साझ भी नहीं, समाजिक साझ भी नहीं, संसारिक साझ भी नहीं, उन्हां नाल भी साडा जिहड़ा वरतीरा है, वरतावा है, वो भी सोहना होवे। भाव की गुरमत की रहनी जन्म तो लैके मरण तक जीवन का हरेक कर्म, किरत, बोल चाल, देखना, चलना, बैठना, उठना, सोचना,
ਪਾਤਸ਼ਾਹ ਕਹਿੰਦੇ ਨੇ ਇਹ ਸਭ ਕੁਝ ਗੁਰੂ ਦੀ ਮੱਤ ਮੁਤਾਬਕ ਹੋਵੇ। ਤੇ ਜਦੋਂ ਗੁਰੂ ਦੀ ਮੱਤ ਮੁਤਾਬਕ ਇਹ ਸਭ ਕੁਝ ਹੋਵੇਗਾ ਤੇ ਪਾਤਸ਼ਾਹ ਕਹਿੰਦੇ ਨੇ ਭਾਈ ਉਦੋਂ ਆਨੰਦ ਦੀ ਪ੍ਰਾਪਤੀ ਹੋਵੇਗੀ। ਜਿਵੇਂ ਬਾਣੀ ਦੇ ਅੰਦਰ ਆਸਾ ਰਾਗ ਅੰਦਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਹੈ, ਉਹਨਾਂ ਨੇ ਵੀ ਰਹਿਤ ਦਾ ਜ਼ਿਕਰ ਕੀਤਾ ਹੈ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। हे ਭਾਈ, ਰੱਬ ਦੇ ਪਿਆਰਿਆਂ ਦੀ ਰਹਿਤ ਸੁਣੋ। ਇੰਨੀ ਉੱਚੀ ਰਹਿਤ ਹੈ ਭਾਵ ਕਿ ਜੀਵਨ ਇੰਨਾ ਉੱਚਾ ਹੈ ਕਿ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਠ ਪਹਿਰ ਨਿਕਟ ਕਰ ਜਾਣੇ, ਉਹ ਹਮੇਸ਼ਾ ਰੱਬ ਨੂੰ ਆਪਣੇ ਨੇੜੇ ਸਮਝਦੇ ਨੇ। ਪ੍ਰਭ ਕਾ ਕੀਆ ਮਿੱਠਾ ਮਨ ਹੈ, ਉਹ ਰੱਬ ਜੀ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ। ਏਕ ਨਾਮ ਸੰਤਨ ਆਧਾਰ, ਉਹ ਕੇਵਲ ਇੱਕ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾਉਂਦੇ ਨੇ। ਹੋਏ ਰਹੇ ਸਭ ਕੀ ਪਗਸ਼ਾਰ, ਉਹ ਸਦਾ ਨਿਮਰਤਾ ਵਿੱਚ ਰਹਿੰਦੇ ਨੇ। ਵਰਤਣ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ, ਉਹਨਾਂ ਦੀ ਜ਼ਿੰਦਗੀ ਅੰਦਰ ਸ਼ੁਭ ਗੁਣਾਂ ਦਾ ਨਾਮ ਦਾ ਵਰਤਾਵਾ ਹੁੰਦਾ ਹੈ ਤੇ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ। ਇਸ ਕਰਕੇ ਜ਼ਿੰਦਗੀ ਅੰਦਰ ਆਨੰਦ ਤੇ ਸੁਖ ਹੁੰਦਾ ਹੈ। ਮਿੱਤਰ ਸੱਤਰ ਜਾ ਕੇ ਏਕ ਸਮਾਨ, ਪ੍ਰਭ ਆਪਣੇ ਬਿਨ ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਉਹਨਾਂ ਵਾਸਤੇ ਮਿੱਤਰ ਤੇ ਸੱਤਰ ਇੱਕ ਬਰਾਬਰ ਹੋ ਜਾਂਦਾ ਹੈ। ਦੁਸ਼ਮਣ ਤੇ ਮਿੱਤਰ ਭਾਵ ਕਿ ਆਤਮਿਕ ਜੀਵਨ ਇੰਨਾ ਉੱਚਾ ਤੇ ਸੋਹਣਾ ਬਣ ਜਾਂਦਾ ਹੈ, ਇੰਨਾ ਰਹਿਤ ਨਹੀਂ ਹੁੰਦਾ ਹੈ, ਇੰਨੀ ਮਰਿਆਦਾ ਵਿੱਚ ਹੁੰਦਾ ਹੈ ਕਿ ਉਹਨਾਂ ਨੂੰ ਮਿੱਤਰ ਤੇ ਸੱਤਰ ਇੱਕ ਸਮਾਨ ਲੱਗਦਾ ਹੈ। ਸੋ ਗੁਰੂ ਸਾਹਿਬ ਆਖਦੇ ਨੇ ਕਿ ਇਹ ਹੈ ਗੁਰਮਤਿ ਦੀ ਰਹਿਤ। ਜਦੋਂ ਅਮਲੀ ਜੀਵਨ ਅਸੀਂ ਗੁਰੂ ਦੀ ਮੱਤ ਮੁਤਾਬਕ ਜਿਵਾਂਗੇ ਤੇ ਸਾਡੀ ਜ਼ਿੰਦਗੀ ਅੰਦਰ ਉਦੋਂ ਆਤਮਿਕ ਸੁਖ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਜਿੱਥੇ ਬਾਹਰੀ ਰਹਿਤ ਦੀ ਆਪਾਂ ਸਮਾਦ ਕਰਨੀ ਹੈ, ਉੱਥੇ ਆਤਮਿਕ ਜੀਵਨ ਦੀ ਵੀ ਰਹਿਤ ਹੈ ਕਿ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਅਵਗੁਣਾਂ ਦਾ ਤਿਆਗ ਕਰਨਾ, ਇਹ ਸਾਡੇ ਆਤਮਿਕ ਜੀਵਨ ਦੀ ਰਹਿਤ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਹੋਈ ਭੁੱਲ ਚੁੱਕ ਦੀ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।